ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੇਰਾ ਨਾਮ ਰਾਜਵੀਰ ਕੌਰ ਹੈ। ਮੈਂ ਬਾਬਾ ਨਾਮਦੇਵ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਮਾਣ ਜ਼ਿਲ੍ਹਾ ਗੁਰਦਾਸਪੁਰ ਵਿਖੇ ਬਤੌਰ ਪੰਜਾਬੀ ਅਧਿਆਪਿਕਾ ਸੇਵਾ ਨਿਭਾ ਰਹੀ ਹਾਂ। ਅੱਜ ਅਸੀਂ 9ਵੀਂ ਜਮਾਤ ਦੇ ਪੰਜਾਬੀ ਵਿਸ਼ੇ ਦੇ ਪੇਪਰ ਏ ਦੇ ਪਾਠਕ੍ਰਮ ਵਿੱਚ ਸ਼ਾਮਿਲ ਸਾਹਿਤਮਾਲਾ ਪੁਸਤਕ ਵਿੱਚ ਦਰਜ ਆਧੁਨਿਕ ਕਾਵਿ ਦੇ ਕਵੀ ਚਰਨ ਸਿੰਘ ਸ਼ਹੀਦ ਦੀਆਂ ਕਵਿਤਾਵਾਂ ਬਾਰੇ ਗੱਲਬਾਤ ਕਰਾਂਗੇ। ਚਰਨ ਸਿੰਘ ਸ਼ਹੀਦ ਜੀ ਦਾ ਜਨਮ ਮਾਰਚ 1891 ਈਸਵੀ ਨੂੰ ਪਿਤਾ ਸਰਦਾਰ ਸੂਬਾ ਸਿੰਘ ਅਤੇ ਮਾਤਾ ਸਰਦਾਰਨੀ ਸ਼ਿਵ ਕੌਰ ਦੇ ਘਰ ਸ਼੍ਰੀ ਅੰਮ੍ਰਿਤਸਰ ਸਾਹਿਬ ਵਿੱਚ ਹੋਇਆ। 10ਵੀਂ ਪਾਸ ਕਰਨ ਤੋਂ ਬਾਅਦ ਹੀ ਆਪ ਨੇ ਸਾਹਿਤ ਰਚਨਾ ਸ਼ੁਰੂ ਕਰ ਦਿੱਤੀ। ਕੁਝ ਚਿਰ ਆਪ ਪਟਿਆਲਾ ਰਿਆਸਤ ਦੇ ਰਾਜ ਕਵੀ ਵੀ ਰਹੇ। ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਆਪ ਨੇ ਸ਼ਹੀਦ ਅਖਬਾਰ ਕੱਢਿਆ। ਪਿੱਛੋਂ ਆਪ ਨੇ ਮੌਜੀ ਅਤੇ ਹੰਸ ਸਪਤਾਹਿਕ ਪੱਤਰਾਂ ਦੇ ਸੰਪਾਦਕ ਦੇ ਤੌਰ 'ਤੇ ਵੀ ਕੰਮ ਕੀਤਾ। ਆਪ ਨੇ ਕਵਿਤਾ ਦੇ ਨਾਲ ਨਾਲ ਨਾਵਲ, ਕਹਾਣੀਆਂ, ਜੀਵਨੀਆਂ ਆਦਿ ਵੀ ਲਿਖੀਆਂ। ਆਪ ਦੀਆਂ ਕਵਿਤਾਵਾਂ ਹਾਸ ਰਸ ਭਰਪੂਰ ਅਤੇ ਸਿੱਖਿਆਦਾਇਕ ਹਨ। ਆਪ ਆਪਣੀਆਂ ਕਵਿਤਾਵਾਂ ਵਿੱਚ ਸੁਥਰਾ ਉਪਨਾਮ ਦੀ ਵਰਤੋਂ ਕਰਦੇ ਸਨ। ਆਪ ਦੀਆਂ ਪ੍ਰਸਿੱਧ ਕਾਵਿ ਪੁਸਤਕਾਂ ਬਾਦਸ਼ਾਹੀਆਂ, ਅਰਸ਼ੀ ਕਿੰਗਰੇ, ਰਾਜਸੀ ਹੁਲਾਰੇ, ਬੇਪਰਵਾਹੀਆਂ ਆਦਿ ਹਨ। 9ਵੀਂ ਜਮਾਤ ਦੇ ਪੰਜਾਬੀ ਵਿਸ਼ੇ ਦੇ ਪਾਠਕ੍ਰਮ ਵਿੱਚ ਚਰਨ ਸਿੰਘ ਸ਼ਹੀਦ ਦੀਆਂ 2 ਕਵਿਤਾਵਾਂ ਸ਼ਾਮਿਲ ਹਨ। ਪਹਿਲੀ ਕਵਿਤਾ ਦਾ ਨਾਂ ਹੈ ਇੱਕ ਪਿਆਲਾ ਪਾਣੀ। ਇਸ ਕਵਿਤਾ ਵਿੱਚ ਕਵੀ ਨੇ ਮੁਗਲ ਬਾਦਸ਼ਾਹ ਅਕਬਰ ਅਤੇ ਉਸ ਦੇ ਵਜ਼ੀਰ ਬੀਰਬਲ ਦੀ ਆਪਸੀ ਵਾਰਤਾਲਾਪ ਰਾਹੀਂ ਪਾਣੀ ਦੀ ਮਹਾਨਤਾ ਬਾਰੇ ਦੱਸਿਆ ਹੈ। ਕਵਿਤਾ ਹੈ। ਅਕਬਰ ਨੂੰ ਦਰਬਾਰ ਬੈਠਿਆਂ ਤ੍ਰੇ ਨੇ ਬਹੁਤ ਸਤਾਇਆ, ਸੈਨਤ ਹੁੰਦਿਆਂ ਨਫਰ ਪਿਆਲਾ ਜਲ ਠੰਡੇ ਦਾ ਲਿਆਇਆ। ਪਕੜ ਪਿਆਲਾ ਬਾਦਸ਼ਾਹ ਨੇ ਮੂੰਹ ਨੂੰ ਚਾਹਿਆ ਲਾਣਾ, ਪਾਸੋਂ ਬੋਲ ਬੀਰਬਲ ਉੱਠਿਆ ਜਰਾ ਹੱਥ ਅਟਕਾਣਾ। ਇਸ ਵਿੱਚ ਚਰਨ ਸਿੰਘ ਸ਼ਹੀਦ ਨੇ ਦੱਸਿਆ ਹੈ ਕਿ ਜਦੋਂ ਅਕਬਰ ਬਾਦਸ਼ਾਹ ਪਿਆਸ ਲੱਗਣ 'ਤੇ ਪਾਣੀ ਮੰਗਵਾ ਕੇ ਪੀਣ ਲੱਗਾ ਤਾਂ ਉਸਦੇ ਵਜ਼ੀਰ ਬੀਰਬਲ ਨੇ ਪਾਣੀ ਪੀਣ ਤੋਂ ਪਹਿਲਾਂ ਇੱਕ ਸਵਾਲ ਦਾ ਜਵਾਬ ਦੇਣ ਲਈ ਕਿਹਾ। ਚਰਨ ਸਿੰਘ ਸ਼ਹੀਦ ਕਹਿੰਦੇ ਹਨ ਕਿ ਜਦੋਂ ਮੁਗਲ ਬਾਦਸ਼ਾਹ ਨੂੰ ਆਪਣੇ ਦਰਬਾਰ ਵਿੱਚ ਬੈਠਿਆਂ ਪਿਆਸ ਲੱਗੀ ਤਾਂ ਉਹਨਾਂ ਨੇ ਇਸ਼ਾਰਾ ਕਰਕੇ ਆਪਣੇ ਨੌਕਰ ਤੋਂ ਪਾਣੀ ਦਾ ਪਿਆਲਾ ਮੰਗਵਾਇਆ। ਅਕਬਰ ਬਾਦਸ਼ਾਹ ਜਦੋਂ ਨੌਕਰ ਦੇ ਹੱਥੋਂ ਪਾਣੀ ਦਾ ਪਿਆਲਾ ਲੈ ਕੇ ਪੀਣ ਲਈ ਮੂੰਹ ਨੂੰ ਲਾਉਣ ਲੱਗੇ ਤਾਂ ਉਹਨਾਂ ਦੇ ਕੋਲ ਬੈਠੇ ਵਜ਼ੀਰ ਬੀਰਬਲ ਨੇ ਕਿਹਾ ਕਿ ਉਹ ਕੁਝ ਸਮਾਂ ਪਾਣੀ ਪੀਣ ਤੋਂ ਰੁਕ ਜਾਣ। ਪਹਿਲਾਂ ਦੱਸੋ ਆਪ ਇੱਕ ਗੱਲ, ਜੇ ਪਾਣੀ ਮੁੱਕ ਜਾਵੇ, ਸਹਿ ਕੋਹਾਂ ਤੱਕ ਯਤਨ ਕੀਤਿਆਂ ਇੱਕ ਬੂੰਦ ਨਾ ਥਿਆਵੇ। ਅਤੀ ਪਿਆਸ ਲੱਗੀ ਹੋਏ ਤੁਹਾਨੂੰ, ਜਲ ਬਿਨ ਮਰਦੇ ਜਾਵੋ। ਮਾਹੀ ਵਾਂਗ ਆਬ ਬਿਨ ਤੜਫੋ, ਉਲਟ ਬਾਜ਼ੀਆਂ ਖਾਵੋ। ਸੱਚ ਦੱਸੋ ਜੇ ਉਸ ਵੇਲੇ ਕੋਈ ਇੱਕ ਜਲ ਪਿਆਲਾ ਲਿਆਵੇ, ਕੀ ਕੁਝ ਦਿਓ ਹਜੂਰ ਉਸ ਨੂੰ, ਕੀ ਕੀਮਤ ਉਹ ਪਾਵੇ। ਬੀਰਬਲ ਨੇ ਬਾਦਸ਼ਾਹ ਨੂੰ ਕਿਹਾ ਕਿ ਉਹ ਪਾਣੀ ਦਾ ਪਿਆਲਾ ਪੀਣ ਤੋਂ ਪਹਿਲਾਂ ਉਸ ਦੇ ਇੱਕ ਸਵਾਲ ਦਾ ਜਵਾਬ ਦੇਣ ਕਿ ਜੇਕਰ ਪਾਣੀ ਮੁੱਕ ਜਾਵੇ
ਸੈ ਕੋਹਾਂ ਤੱਕ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਪਾਣੀ ਦੀ ਇੱਕ ਬੂੰਦ ਵੀ ਨਾ ਲੱਭੇ। ਦੂਜੇ ਪਾਸੇ ਉਹਨਾਂ ਨੂੰ ਬਹੁਤ ਪਿਆਸ ਲੱਗੀ ਹੋਵੇ, ਪਾਣੀ ਤੋਂ ਬਿਨਾਂ ਉਹ ਇਸ ਤਰ੍ਹਾਂ ਤੜਫ ਰਹੇ ਹੋਣ ਜਿਸ ਤਰ੍ਹਾਂ ਮੱਛੀ ਪਾਣੀ ਬਿਨਾਂ ਤੜਫਦੀ ਹੋਈ ਉਲਟਬਾਜ਼ੀਆਂ ਲਾਉਂਦੀ ਹੈ। ਉਹ ਸੱਚ ਦੱਸਣ ਕਿ ਉਸ ਸਮੇਂ ਜੇਕਰ ਕੋਈ ਪਾਣੀ ਦਾ ਇੱਕ ਪਿਆਲਾ ਉਹਨਾਂ ਲਈ ਲਿਆਵੇ ਤਾਂ ਹਜ਼ੂਰ ਉਸ ਨੂੰ ਕੀ ਮੁੱਲ ਦੇਣਗੇ। ਉਸ ਨੂੰ ਲਿਆਂਦੇ ਦੁਰਲੱਭ ਪਾਣੀ ਦੇ ਪਿਆਲੇ ਦੀ ਕੀ ਕੀਮਤ ਮਿਲੇਗੀ। ਹੱਸ ਕੇ ਅਕਬਰ ਕਹਿਣ ਲੱਗਾ, ਜੇ ਐਸੀ ਦਸ਼ਾ ਵਿਆਪੇ ਅੱਧਾ ਰਾਜ ਦਿਆਂ ਮੁੱਲ ਇਸਦਾ, ਖੁਸ਼ੀ ਨਾਲ ਮੈਂ ਆਪੇ। ਇਹ ਕਹਿ ਕੇ ਉਹ ਜਲ ਦਾ ਪਿਆਲਾ ਗਟ ਗਟ ਸ਼ਾਹ ਚੜਾਇਆ। ਫਿਰ ਬੀਰਬਲ ਨੇ ਸ਼ਾਹ ਅੱਗੇ ਸਵਾਲ ਦੂਸਰਾ ਪਾਇਆ। ਬੀਰਬਲ ਦਾ ਪ੍ਰਸ਼ਨ ਸੁਣ ਕੇ ਅਕਬਰ ਨੇ ਕਿਹਾ ਕਿ ਜੇਕਰ ਐਸੀ ਅਵਸਥਾ ਆ ਜਾਵੇ ਤੇ ਪਾਣੀ ਕਿਧਰੇ ਵੀ ਨਾ ਮਿਲੇ ਅਤੇ ਪਿਆਸ ਨਾਲ ਉਸ ਦਾ ਬੁਰਾ ਹਾਲ ਹੋ ਰਿਹਾ ਹੋਵੇ ਤਾਂ ਉਸ ਵੇਲੇ ਜੇ ਕੋਈ ਉਸ ਲਈ ਪਾਣੀ ਦਾ ਇੱਕ ਪਿਆਲਾ ਲਿਆਵੇਗਾ, ਮੈਂ ਉਸ ਆਦਮੀ ਨੂੰ ਉਸ ਦੇ ਪਾਣੀ ਦੇ ਇੱਕ ਪਿਆਲੇ ਦੀ ਕੀਮਤ ਦੇ ਰੂਪ ਵਿੱਚ ਆਪਣਾ ਅੱਧਾ ਰਾਜ ਭਾਗ ਖੁਸ਼ੀ ਦੇ ਨਾਲ ਦੇ ਦੇਵਾਂਗਾ। ਇਸ ਤਰ੍ਹਾਂ ਅਕਬਰ ਬਾਦਸ਼ਾਹ ਨੇ ਬੀਰਬਲ ਦੁਆਰਾ ਪੁੱਛੇ ਹੋਏ ਪ੍ਰਸ਼ਨ ਦਾ ਜਵਾਬ ਦੇ ਕੇ ਪਾਣੀ ਦਾ ਪਿਆਲਾ ਮੂੰਹ ਨੂੰ ਲਾ ਲਿਆ ਅਤੇ ਗਟ ਗਟ ਕਰਕੇ ਪੀ ਗਏ। ਉਸ ਤੋਂ ਬਾਅਦ ਬੀਰਬਲ ਨੇ ਬਾਦਸ਼ਾਹ ਅਕਬਰ ਅੱਗੇ ਦੂਸਰਾ ਸਵਾਲ ਪਾ ਦਿੱਤਾ। ਦੱਸੋ ਭਲਾ, ਜੇ ਇਹ ਪਾਣੀ ਹੁਣ ਦੇਹ ਅੰਦਰ ਰੁਕ ਜਾਵੇ ਪੈਸ਼ਾਬ ਆਪਦਾ ਜਾਨ ਪਿਆ ਤੜਫਾਵੇ, ਬਚਣ ਲਈ ਉਸ ਕਸ਼ਟੋਂ ਕਿੰਨੇ ਪੀਰ ਪੈਗੰਬਰ ਸੇਵੋ, ਅੱਧਾ ਰਾਜ ਮੰਗੇ ਜੇ ਕੋਈ ਦੇਵੋ ਜਾਂ ਨਾ ਦੇਵੋ। ਬੀਰਬਲ ਨੇ ਬਾਦਸ਼ਾਹ ਨੂੰ ਦੂਸਰਾ ਪ੍ਰਸ਼ਨ ਕਰਦਿਆਂ ਕਿਹਾ ਕਿ ਹੁਣ ਉਸ ਨੂੰ ਇਹ ਦੱਸਣ ਕਿ ਜੇਕਰ ਉਹਨਾਂ ਦੁਆਰਾ ਪੀਤਾ ਪਾਣੀ ਉਹਨਾਂ ਦੇ ਸਰੀਰ ਦੇ ਅੰਦਰ ਹੀ ਰੁਕ ਜਾਵੇ, ਭਾਵ ਉਹਨਾਂ ਨੂੰ ਪਿਸ਼ਾਬ ਨਾ ਆਵੇ, ਉਹ ਇਸ ਬਿਮਾਰੀ ਤੋਂ ਬਚਣ ਲਈ ਪੀਰ ਪੈਗੰਬਰਾਂ ਨੂੰ ਖੁਸ਼ ਕਰਨ ਵਾਲੇ ਅਨੇਕਾਂ ਧਾਰਮਿਕ ਕਰਮ ਕਾਂਡ ਕਰਨ ਲੱਗਣ। ਜੇਕਰ ਇਸ ਸਮੇਂ ਕੋਈ ਉਹਨਾਂ ਦਾ ਕਸ਼ਟ ਦੂਰ ਕਰ ਦੇਵੇ ਅਤੇ ਇਨਾਮ ਵਜੋਂ ਅੱਧਾ ਰਾਜ ਭਾਗ ਮੰਗ ਲਵੇ ਤਾਂ ਕੀ ਉਹ ਦੇ ਦੇਣਗੇ ਜਾਂ ਨਹੀਂ ਦੇਣਗੇ। ਚਕਰਿਤ ਹੋ ਕੇ ਸ਼ਾਹ ਬੋਲਿਆ, ਜਰਾ ਢਿੱਲ ਨਾ ਲਾਵਾਂ, ਬੇਸ਼ੱਕ ਅੱਧਾ ਰਾਜ ਭਾਗ ਮੈਂ ਫੌਰਨ ਭੇਟ ਕਰਾਵਾਂ। ਬਾਦਸ਼ਾਹ ਅਕਬਰ ਨੇ ਹੈਰਾਨ ਹੋ ਕੇ ਬੀਰਬਲ ਦੇ ਪ੍ਰਸ਼ਨ ਦਾ ਜਵਾਬ ਦਿੰਦਿਆਂ ਕਿਹਾ ਕਿ ਜੇਕਰ ਉਸ ਨੂੰ ਅਜਿਹੀ ਬਿਮਾਰੀ ਦਾ ਸਾਹਮਣਾ ਕਰਨਾ ਪੈ ਜਾਵੇ ਤਾਂ ਇਸ ਕਸ਼ਟ ਨੂੰ ਦੂਰ ਕਰਨ ਵਾਲੇ ਨੂੰ ਉਹ ਬਿਨਾਂ ਸੰਦੇਹ ਤੋਂ ਕਿਸੇ ਤਰ੍ਹਾਂ ਦੀ ਦੇਰੀ ਕੀਤੇ ਬਿਨਾਂ ਆਪਣਾ ਅੱਧਾ ਰਾਜ ਭਾਗ ਦੇ ਦੇਣਗੇ। ਹੱਸ ਕੇ ਆਖੇ ਬੀਰਬਲ, ਫਿਰ ਇਸ ਤੋਂ ਸਾਬਤ ਹੋਇਆ ਇੱਕ ਪਿਆਲੇ ਜਲ ਦਾ ਮੁੱਲ ਹੈ ਰਾਜ ਤੁਹਾਡਾ ਗੋਇਆ, ਜੋ ਅਣਮਿਣਿਆ ਤੁਲਿਆ ਇਹ ਜਲ ਸਭ ਨੂੰ ਮੁਫਤ ਪਹੁੰਚਾਵੇ, ਉਸ ਰੱਬ ਸੁਥਰੇ ਦੀ ਬਖਸ਼ਿਸ਼ ਦਾ ਬੰਦਾ ਕੀ ਮੁੱਲ ਪਾਵੇ। ਜਦੋਂ ਅਕਬਰ ਬਾਦਸ਼ਾਹ ਨੇ ਬੀਰਬਲ ਦੇ ਦੋਹਾਂ ਪ੍ਰਸ਼ਨਾਂ ਦੇ ਉੱਤਰ ਦੇ ਦਿੱਤੇ ਤਾਂ ਬੀਰਬਲ ਨੇ ਕਿਹਾ ਕਿ ਇਸ ਤਰ੍ਹਾਂ ਇਹ ਸਿੱਧ ਹੁੰਦਾ ਹੈ ਕਿ ਤੁਹਾਡੇ ਸਾਰੇ ਰਾਜ ਦਾ ਮੁੱਲ ਇੱਕ ਪਿਆਲਾ ਪਾਣੀ ਦੇ ਬਰਾਬਰ ਹੈ। ਧਰਤੀ ਉੱਪਰ ਪਾਣੀ ਪਰਮਾਤਮਾ ਦੀ ਬਖਸ਼ਿਸ਼ ਹੈ, ਜੋ ਬਿਨਾਂ ਤੋਲਿਆਂ ਜਾਂ ਮਿਣਿਆ ਪਾਣੀ ਪੂਰੀ ਦੁਨੀਆ ਨੂੰ ਮਿਲ ਰਿਹਾ ਹੈ। ਇਨਸਾਨ ਪਰਮਾਤਮਾ ਦੀ ਇਸ ਬਖਸ਼ਿਸ਼ ਦਾ ਮੁੱਲ
ਪਾਉਣ ਦੀ ਸਮਰੱਥਾ ਨਹੀਂ ਰੱਖਦਾ। ਇਹ ਸੀ ਚਰਨ ਸਿੰਘ ਸ਼ਹੀਦ ਦੀ ਕਵਿਤਾ ਇੱਕ ਪਿਆਲਾ ਪਾਣੀ। ਇਸ ਕਵਿਤਾ ਦਾ ਕੇਂਦਰੀ ਜਾਂ ਅੰਤਰੀਵ ਭਾਵ ਇਹ ਹੈ ਕਿ ਜੇਕਰ ਸੰਕਟ ਦੀ ਸਥਿਤੀ ਵਿੱਚ ਪਾਣੀ ਦੇ ਇੱਕ ਪਿਆਲੇ ਦੀ ਕੀਮਤ ਅਕਬਰ ਵਰਗੇ ਬਾਦਸ਼ਾਹ ਦਾ ਸਮੁੱਚਾ ਰਾਜ ਹੋ ਸਕਦੀ ਹੈ ਤਾਂ ਬੰਦਾ ਉਸ ਪਰਮਾਤਮਾ ਦੁਆਰਾ ਪ੍ਰਾਪਤ ਬਖਸ਼ਿਸ਼ ਦਾ ਮੁੱਲ ਪਾਉਣ ਦੇ ਸਮਰੱਥ ਨਹੀਂ ਹੈ, ਜਿਹੜਾ ਕਿ ਉਸ ਨੂੰ ਅਣਮਿਣਿਆ ਅਤੇ ਅਣਤੋਲਿਆ ਪਾਣੀ ਮੁਫਤ ਵਿੱਚ ਹੀ ਦੇ ਰਿਹਾ ਹੈ। ਸਾਡੇ 9ਵੀਂ ਜਮਾਤ ਦੇ ਪੰਜਾਬੀ ਵਿਸ਼ੇ ਦੇ ਪਾਠਕ੍ਰਮ ਵਿੱਚ ਸ਼ਾਮਿਲ ਚਰਨ ਸਿੰਘ ਸ਼ਹੀਦ ਦੀ ਦੂਸਰੀ ਕਵਿਤਾ ਦਾ ਨਾਂ ਹੈ ਗਲਤ ਫਹਿਮੀਆਂ। ਇਸ ਕਵਿਤਾ ਵਿੱਚ ਚਰਨ ਸਿੰਘ ਸ਼ਹੀਦ ਜੀ ਨੇ ਦੱਸਿਆ ਹੈ ਕਿ ਸੰਸਾਰ ਵਿੱਚ ਮਨੁੱਖ ਗਲਤ ਫਹਿਮੀਆਂ ਵਿੱਚ ਪੈ ਕੇ ਕਈ ਪ੍ਰਕਾਰ ਦੇ ਕਸ਼ਟ ਭੋਗ ਰਿਹਾ ਹੈ। ਕਵਿਤਾ ਹੈ, ਮੈਂ ਦੇਖ ਹਮਾਕਤ ਦੁਨੀਆ ਦੀ, ਹੁੰਦਾ ਹਾਂ ਦੂਰਾ ਹੱਸ ਹੱਸ ਕੇ, ਪੈ ਲੋਕ ਮੁਸੀਬਤ ਝੱਲਦੇ ਨੇ, ਵਿੱਚ ਗਲਤ ਫਹਿਮੀਆਂ ਫਸ ਫਸ ਕੇ, ਕੋਝੇ ਨੂੰ ਲੱਗਾ ਭੁਲੇਖਾ ਹੈ, ਬਣ ਬਣ ਕੇ ਸੋਹਣਾ ਫੁੱਲਦਾ ਹੈ, ਜਦ ਲੋਕ ਟਿਚਕਰਾਂ ਕਰਦੇ ਨੇ ਤਾਂ ਅੰਦਰ ਅੰਦਰ ਘੁਲਦਾ ਹੈ, ਮੂਰਖ ਖੁਦ ਤਈ ਸਮਝਦਾ ਹੈ, ਅਕਲਈਆਂ ਵੱਧ ਵਿਦਵਾਨਾਂ ਤੋਂ, ਫਿਰ ਰੋਂਦਾ ਹੈ ਜਦ ਜਗਤ ਕਰੇ ਵਰਤਾਓ ਬੁਰਾ ਹੈਵਾਨਾਂ ਤੋਂ, ਕੰਗਲਾ ਹੈ ਫਸਿਆ ਗਲਤੀ ਵਿੱਚ, ਧਨੀਆਂ ਦੀਆਂ ਰੀਸਾਂ ਕਰਦਾ ਹੈ, ਜਦ ਕਰਜ਼ੇ ਸੂਦ ਕੁਚਲਦੇ ਨੇ ਤਾਂ ਰੋਂਦਾ ਹੋ ਕੇ ਭਰਦਾ ਹੈ। ਗਲਤ ਫਹਿਮੀਆਂ ਸ਼ਬਦ ਦਾ ਅਰਥ ਹੈ ਭਰਮ ਭੁਲੇਖੇ। ਚਰਨ ਸਿੰਘ ਸ਼ਹੀਦ ਕਹਿੰਦੇ ਹਨ ਕਿ ਦੁਨੀਆ ਦੀ ਮੂਰਖਤਾ ਦੇਖ ਦੇਖ ਕੇ ਹਾਸਾ ਆਉਂਦਾ ਹੈ। ਉਹ ਮਹਿਸੂਸ ਕਰਦੇ ਹਨ ਕਿ ਦੁਨੀਆ ਦੇ ਲੋਕ ਕਈ ਪ੍ਰਕਾਰ ਦੇ ਭੁਲੇਖਿਆਂ ਵਿੱਚ ਫਸ ਕੇ ਬਿਨਾਂ ਗੱਲ ਤੋਂ ਦੁੱਖ ਸਹਿ ਰਹੇ ਹਨ। ਕਿਸੇ ਨੂੰ ਇਹ ਭੁਲੇਖਾ ਹੈ ਕਿ ਉਹ ਬਹੁਤ ਸੋਹਣਾ ਹੈ, ਜਿਸ ਕਰਕੇ ਉਹ ਦੁਨੀਆ ਅੱਗੇ ਸੋਹਣਾ ਹੋਣ ਦਾ ਦਿਖਾਵਾ ਕਰਦਾ ਹੈ। ਪਰ ਜਦੋਂ ਲੋਕ ਉਸ ਨੂੰ ਉਸ ਦੇ ਦਿਖਾਵੇ ਕਰਕੇ ਮਖੌਲ ਕਰਦੇ ਹਨ ਤਾਂ ਉਹ ਅੰਦਰੋਂ ਅੰਦਰੀ ਦੁਖੀ ਹੁੰਦਾ ਹੈ। ਇਸੇ ਤਰ੍ਹਾਂ ਮੂਰਖ ਨੂੰ ਇਹ ਭੁਲੇਖਾ ਹੁੰਦਾ ਹੈ ਕਿ ਉਹ ਵਿਦਵਾਨਾਂ ਨਾਲੋਂ ਵੀ ਵੱਧ ਸਿਆਣਾ ਹੈ, ਪਰ ਜਦੋਂ ਦੁਨੀਆ ਉਸ ਨਾਲ ਪਸ਼ੂਆਂ ਵਰਗਾ ਵਿਵਹਾਰ ਕਰਦੀ ਹੈ ਤਾਂ ਉਹ ਦੁਖੀ ਹੁੰਦਾ ਹੈ। ਇਸੇ ਤਰ੍ਹਾਂ ਗਰੀਬ ਗਲਤੀ ਨਾਲ ਅਮੀਰਾਂ ਦੀਆਂ ਰੀਸਾਂ ਕਰਦਾ ਹੋਇਆ ਕਈ ਪ੍ਰਕਾਰ ਦੇ ਦਿਖਾਵਿਆਂ ਵਿੱਚ ਪੈ ਕੇ ਖਰਚ ਕਰਦਾ ਹੈ, ਪਰ ਜਦੋਂ ਕਰਜ਼ੇ ਅਤੇ ਵਿਆਜ ਥੱਲੇ ਦੱਬਿਆ ਜਾਂਦਾ ਹੈ ਤਾਂ ਫਿਰ ਕਈ ਪ੍ਰਕਾਰ ਦੇ ਦੁੱਖ ਸਹਿਣ ਕਰਦਾ ਹੋਇਆ ਰੋਂਦਾ ਅਤੇ ਹੌਕੇ ਭਰਦਾ ਹੈ। ਕਮਜ਼ੋਰ ਬਲੀ ਸਮ ਆਕੜ ਕੇ ਜਾਂ ਨਾਲ ਤਕੜਿਆਂ ਖਹਿੰਦਾ ਹੈ, ਤਦ ਹੋਸ਼ ਮਗਜ ਵਿੱਚ ਆਉਂਦੀ ਹੈ, ਜਦ ਹੱਡ ਤੁੜਾ ਕੇ ਬਹਿੰਦਾ ਹੈ। ਕੋਈ ਸੋਨੇ ਸੂਲੀ ਚੜ੍ਹਿਆ ਹੈ, ਸੱਪ ਰੰਗ ਕਿਸੇ ਨੂੰ ਦੱਸਿਆ ਹੈ, ਕੋਈ ਰਾਜ ਭੁਲੇਖੇ ਭੁੱਲਿਆ ਹੈ, ਕੋਈ ਜਾਤ ਭੁੱਲ ਵਿੱਚ ਫਸਿਆ ਹੈ। ਬੁੱਧੂ ਦੇ ਭਾਣੇ ਹੱਥ ਕੰਡੇ, ਸਭ ਜਗ ਦੇ ਉਸ ਨੂੰ ਆਂਦੇ ਨੇ, ਪਛਤਾਉਂਦਾ ਹੈ ਜਦ ਚਤੁਰ ਲੋਕ ਤਿਸ ਵੇਚ ਪਕੌੜੇ ਖਾਂਦੇ ਨੇ। ਪਿਓ ਜਿਸ ਦਾ ਕਾਲੇ ਅੱਖਰ ਤੋਂ ਮਹਿ ਕਾਲੀ ਵਾਂਗੂ ਡਰਦਾ ਹੈ, ਉਹ ਡੰਗਰ ਆਪਣੀ ਉਪਮਾ ਕਰ ਕਮੀਆਂ ਦੀ ਨਿੰਦਾ ਕਰਦਾ ਹੈ। ਚਰਨ ਸਿੰਘ ਸ਼ਹੀਦ ਕਹਿੰਦੇ ਹਨ ਕਿ ਕਮਜ਼ੋਰ ਆਦਮੀ ਆਪਣੀ ਤਾਕਤ ਬਾਰੇ ਭੁਲੇਖੇ ਵਿੱਚ ਪੈ ਕੇ ਤਾਕਤਵਰ ਲੋਕਾਂ ਨਾਲ ਝਗੜਾ ਕਰਦਾ ਹੈ, ਪਰ ਜਦੋਂ ਅਗਲਾ ਹੱਡ ਤੋੜ ਦਿੰਦਾ ਹੈ ਤਾਂ ਫਿਰ ਹੀ ਉਸ ਦੀ ਹੋਸ਼ ਟਿਕਾਣੇ ਆਉਂਦੀ ਹੈ। ਇਸ ਤਰ੍ਹਾਂ ਕੋਈ ਗਲਤ ਫਹਿਮੀਆਂ ਦਾ ਸ਼ਿਕਾਰ ਹੋ ਕੇ, ਕੋਈ ਧਨ ਦੌਲਤ ਦੇ ਹੰਕਾਰ ਕਰਕੇ,
कोई गोरे रंग दे मान करके, कोई हकूमत दे भुलेखे विच फस के, कोई उच्ची जात दे हंकार दी भुल विच फस के दुखी हो रहा है। बहुत ही मूर्ख यह समझदा है कि दुनिया भर दियां सारियां चलाकियां वो जानदा है। उदों दुखी हुंदा है जदों चुस्त लोग उस नूं वेच के पकौड़े खा जाते हैं अते ओह देखदा ही रह जाता है। जिस दे प्यो ने कदे एक अखर भी नहीं पढ़िया, भाव अनपढ़ व्यक्ति है, ओह अपनी प्रशंसा करता है पर बुद्धिजीवियां अते कमियां दी निंदिया करता है। कहंदे हन बंदे घड़न समय रब सब दे कंन च कहंदा है, नहीं घड़िया तेरे जिहा होर, बस बंदा आकड़ बहिंदा है। भुल इसे तरह शैतान हुरां ना अदब आदम दा कीता सी। यह खाकी है मैं नारी हाँ, कह तौक लानती लीता सी। जग रीस शैतानी करदा है, ना सबक उस तो सिखदा है। वध गलत फहमियां सिखदा है, ज्यों ज्यों वध पढ़दा लिखदा है। चरण सिंह शहीद कहते हैं कि आम तौर पर लोग कहते हैं कि जदों रब ने बंदियां नूं घड़िया तो उसने हरेक दे कन विच ये गल आखी कि उस वर्गा मैं होर किसे नूं भी नहीं बनाया। बस यही गल दे कारण बंदा गलत फहमियां दे विच फस गया अते आकड़ कर बैठा। शैतान ने भुल के रब दे कहण ते भी उस दे बनाए मनुख दा सत्कार ना किया, क्योंकि वह अपने आप नूं अग तो बनिया होण करके मिट्टी तो बने मनुख नालों अपने आप नूं वधिया समझदा सी। इस करके उस दे गल विच हमेशा ही लानत दा पटा पिया रहा। संसार दी हालत यह है कि वह शैतान दी रीस करदा है पर उस दी गलती तो सबक नहीं लैंदा। असल विच उस दा सुभाव ही इहो जिहा है, वह जिवें जिवें वध पढ़दा लिखदा जांदा है गलत फहमियां विच फसदा जांदा है, जिस दे कारण वह दुख सहन करदा है। जे गलत फहमियां तज बंदा अपने सम समझे होरां नूं सुख मान दवे, सुख मान लवे, तद जोरां शोरां खोरां नूं, तद इहो नरक जग सुरग बने, लुत्फां दा तंबू बन जावे। दिल गंद मंद तो साफ होण, हर बंदा सुथरा बन जावे। चरण सिंह शहीद कहते हैं कि जेकर मनुख अपनी हस्ती, ताकत, बुद्धि, रंग, धन दौलत अते जात पात बारे गलत फहमियां दा त्याग कर देवे अते अपनी ताकत दे हंकार नूं, अपनी हौमे नूं, आपसी रौले रप्पे नूं अते दुश्मनियां नूं छड्ड के दूजियां नूं अपने बराबर समझे अते खुद सुख माणे अते नाल दूसरियां नूं भी सुख मानन देवे, तां फिर यह नरक वर्गा संसार भी स्वर्ग बन सकता है। इत्थे साधां दा डेरा लग जावेगा, दिल गंद मंद तो साफ हो जाणगे अते हर एक बंदा परमात्मा वांग ही साफ सुथरा बन जावेगा। ये सी चरण सिंह शहीद दी कविता गलत फहमियां। इस कविता का केंद्री या अंतरीव भाव यह है कि बंदा अपनी शक्ल, ताकत, बुद्धि, रंग, जात पात अते धन दौलत संबंधी गलत फहमियां विच फस के कई प्रकार के दुख सहन करता है। जेकर हर कोई बंदा इन्हां गलत फहमियां, हंकार अते दुश्मनियां दा त्याग कर देवे तां ओह दुनिया भर दे सुखां नूं मान सकदा है अते संसार स्वर्ग बन सकदा है।
ਹੁਣ ਅਸੀਂ ਚਰਨ ਸਿੰਘ ਸ਼ਹੀਦ ਜੀ ਬਾਰੇ ਅਤੇ ਉਹਨਾਂ ਦੀਆਂ ਕਵਿਤਾਵਾਂ ਬਾਰੇ ਕੁਝ ਵਸਤੂਨਿਸ਼ਟ ਪ੍ਰਸ਼ਨ ਅਤੇ ਉਹਨਾਂ ਪ੍ਰਸ਼ਨਾਂ ਦੇ ਉੱਤਰ ਦੇਖਾਂਗੇ। ਪਹਿਲਾ ਪ੍ਰਸ਼ਨ ਹੈ, ਚਰਨ ਸਿੰਘ ਸ਼ਹੀਦ ਕਿਹੜੀ ਕਾਵਧਾਰਾ ਦੇ ਕਵੀ ਹਨ? ਇਸ ਪ੍ਰਸ਼ਨ ਦਾ ਉੱਤਰ ਹੈ ਆਧੁਨਿਕ ਕਾਵਧਾਰਾ ਦੇ। ਦੂਸਰਾ ਪ੍ਰਸ਼ਨ ਹੈ, ਚਰਨ ਸਿੰਘ ਸ਼ਹੀਦ ਦਾ ਜਨਮ ਕਦੋਂ ਹੋਇਆ? ਇਸ ਪ੍ਰਸ਼ਨ ਦਾ ਉੱਤਰ ਹੈ ਚਰਨ ਸਿੰਘ ਸ਼ਹੀਦ ਦਾ ਜਨਮ ਮਾਰਚ 1891 ਈਸਵੀ ਨੂੰ ਹੋਇਆ। ਅਗਲਾ ਪ੍ਰਸ਼ਨ ਹੈ, ਚਰਨ ਸਿੰਘ ਸ਼ਹੀਦ ਦੇ ਪਿਤਾ ਦਾ ਕੀ ਨਾਂ ਸੀ? ਇਸ ਪ੍ਰਸ਼ਨ ਦਾ ਉੱਤਰ ਹੈ ਸਰਦਾਰ ਸੂਬਾ ਸਿੰਘ। ਅਗਲਾ ਪ੍ਰਸ਼ਨ ਹੈ, ਚਰਨ ਸਿੰਘ ਸ਼ਹੀਦ ਦੇ ਨਾਂ ਅੱਗੇ ਸੱਸਾ ਤੋਂ ਕੀ ਭਾਵ ਹੈ? ਇਸ ਪ੍ਰਸ਼ਨ ਦਾ ਉੱਤਰ ਹੈ ਸੂਬਾ ਸਿੰਘ। ਚਰਨ ਸਿੰਘ ਸ਼ਹੀਦ ਆਪਣੇ ਨਾਂ ਤੋਂ ਪਹਿਲਾਂ ਆਪਣੇ ਪਿਤਾ ਜੀ ਦਾ ਨਾਂ ਲਿਖਦੇ ਹਨ। ਅਗਲਾ ਪ੍ਰਸ਼ਨ ਹੈ, ਚਰਨ ਸਿੰਘ ਸ਼ਹੀਦ ਨੇ ਅੰਮ੍ਰਿਤਸਰ ਤੋਂ ਕਿਹੜਾ ਅਖਬਾਰ ਕੱਢਿਆ? ਇਸ ਪ੍ਰਸ਼ਨ ਦਾ ਉੱਤਰ ਹੈ ਚਰਨ ਸਿੰਘ ਸ਼ਹੀਦ ਨੇ ਅੰਮ੍ਰਿਤਸਰ ਤੋਂ ਸ਼ਹੀਦ ਅਖਬਾਰ ਕੱਢਿਆ। ਅਗਲਾ ਪ੍ਰਸ਼ਨ ਹੈ, ਚਰਨ ਸਿੰਘ ਸ਼ਹੀਦ ਆਪਣੀਆਂ ਕਵਿਤਾਵਾਂ ਵਿੱਚ ਕਿਹੜੇ ਉਪਨਾਮ ਦੀ ਵਰਤੋਂ ਕਰਦੇ ਹਨ? ਇਸ ਪ੍ਰਸ਼ਨ ਦਾ ਉੱਤਰ ਹੈ ਸੁਥਰਾ ਉਪਨਾਮ ਦੀ ਵਰਤੋਂ ਕਰਦੇ ਹਨ। ਅਗਲਾ ਪ੍ਰਸ਼ਨ ਹੈ, ਤੁਹਾਡੀ ਪਾਠ ਪੁਸਤਕ ਵਿੱਚ ਸ਼ਾਮਿਲ ਚਰਨ ਸਿੰਘ ਸ਼ਹੀਦ ਦੀਆਂ ਕਵਿਤਾਵਾਂ ਦੇ ਨਾਂ ਦੱਸੋ। ਇਸ ਪ੍ਰਸ਼ਨ ਦਾ ਉੱਤਰ ਹੈ, ਪਹਿਲੀ ਕਵਿਤਾ ਹੈ ਇੱਕ ਪਿਆਲਾ ਪਾਣੀ ਅਤੇ ਦੂਸਰੀ ਕਵਿਤਾ ਦਾ ਨਾਂ ਹੈ ਗਲਤ ਫਹਿਮੀਆਂ। ਅਗਲਾ ਪ੍ਰਸ਼ਨ ਹੈ, ਇੱਕ ਪਿਆਲਾ ਪਾਣੀ ਕਵਿਤਾ ਕਿਸ ਕਵੀ ਦੁਆਰਾ ਲਿਖੀ ਗਈ ਹੈ? ਇਸ ਪ੍ਰਸ਼ਨ ਦਾ ਉੱਤਰ ਹੈ ਚਰਨ ਸਿੰਘ ਸ਼ਹੀਦ। ਅਗਲਾ ਪ੍ਰਸ਼ਨ ਹੈ, ਇੱਕ ਪਿਆਲਾ ਪਾਣੀ ਕਵਿਤਾ ਵਿੱਚ ਕਿਸ ਨਾਲ ਵਾਰਤਾਲਾਪ ਹੈ? ਇਸ ਪ੍ਰਸ਼ਨ ਦਾ ਉੱਤਰ ਹੈ ਇਸ ਕਵਿਤਾ ਵਿੱਚ ਅਕਬਰ ਦੀ ਬੀਰਬਲ ਨਾਲ ਵਾਰਤਾਲਾਪ ਹੈ। ਅਗਲਾ ਪ੍ਰਸ਼ਨ ਹੈ, ਅਕਬਰ ਕੌਣ ਸੀ? ਇਸ ਪ੍ਰਸ਼ਨ ਦਾ ਉੱਤਰ ਹੈ ਅਕਬਰ ਮੁਗਲ ਬਾਦਸ਼ਾਹ ਸੀ। ਅਗਲਾ ਪ੍ਰਸ਼ਨ ਹੈ, ਬੀਰਬਲ ਕੌਣ ਸੀ? ਇਸ ਪ੍ਰਸ਼ਨ ਦਾ ਉੱਤਰ ਹੈ ਮੁਗਲ ਬਾਦਸ਼ਾਹ ਅਕਬਰ ਦਾ ਵਜ਼ੀਰ। ਅਗਲਾ ਪ੍ਰਸ਼ਨ ਹੈ, ਅਕਬਰ ਦੇ ਪੂਰੇ ਰਾਜ ਦਾ ਮੁੱਲ ਬੀਰਬਲ ਕੀ ਪਾਉਂਦਾ ਹੈ? ਇਸ ਪ੍ਰਸ਼ਨ ਦਾ ਉੱਤਰ ਹੈ ਇੱਕ ਪਿਆਲਾ ਪਾਣੀ। ਅਗਲਾ ਪ੍ਰਸ਼ਨ ਹੈ, ਕਿਸ ਦੀ ਬਖਸ਼ਿਸ਼ ਦਾ ਬੰਦਾ ਮੁੱਲ ਨਹੀਂ ਪਾ ਸਕਦਾ? ਇਸ ਪ੍ਰਸ਼ਨ ਦਾ ਉੱਤਰ ਹੈ ਰੱਬ ਦੀ ਬਖਸ਼ਿਸ਼ ਦਾ। ਅਗਲਾ ਪ੍ਰਸ਼ਨ ਹੈ, ਕਵੀ ਹੱਸ ਕੇ ਦੋਹਰਾ ਕਿਉਂ ਹੁੰਦਾ ਹੈ? ਕਵਿਤਾ ਗਲਤ ਫਹਿਮੀਆਂ ਦੇ ਆਧਾਰ 'ਤੇ ਉੱਤਰ ਦਿਓ। ਇਸ ਪ੍ਰਸ਼ਨ ਦਾ ਉੱਤਰ ਹੈ ਲੋਕਾਂ ਦੀ ਮੂਰਖਤਾ ਦੇਖ ਕੇ ਕਵੀ ਹੱਸ ਕੇ ਦੋਹਰਾ ਹੁੰਦਾ ਹੈ। ਅਗਲਾ ਪ੍ਰਸ਼ਨ ਹੈ, ਅਕਬਰ ਬਾਦਸ਼ਾਹ ਦੇ ਇਸ਼ਾਰਾ ਕਰਦਿਆਂ ਹੀ ਇੱਕ ਪਿਆਲਾ ਪਾਣੀ ਦਾ ਲੈ ਕੇ ਦਰਬਾਰ ਵਿੱਚ ਕੌਣ ਹਾਜ਼ਰ ਹੋਇਆ? ਇਸ ਪ੍ਰਸ਼ਨ ਦਾ ਉੱਤਰ ਹੈ ਨਫਰ। ਅਗਲਾ ਪ੍ਰਸ਼ਨ ਹੈ, ਮਾਹੀ ਸ਼ਬਦ ਦਾ ਕੀ ਅਰਥ ਹੈ? ਇਸ ਪ੍ਰਸ਼ਨ ਦਾ ਉੱਤਰ ਹੈ ਮੱਛੀ। ਅਗਲਾ ਪ੍ਰਸ਼ਨ ਹੈ, ਜੇਕਰ ਬੰਦਾ ਗਲਤ ਫਹਿਮੀਆਂ ਛੱਡ ਦੇਵੇ ਤਾਂ ਇਹ ਸੰਸਾਰ ਕਿਹੋ ਜਿਹਾ ਬਣ ਸਕਦਾ ਹੈ? ਇਸ ਪ੍ਰਸ਼ਨ ਦਾ ਉੱਤਰ ਹੈ ਸੁਰਗ ਜਿਹਾ। ਅਗਲਾ ਪ੍ਰਸ਼ਨ ਹੈ, ਗਲਤ ਫਹਿਮੀਆਂ ਕਵਿਤਾ ਅਨੁਸਾਰ ਮਨੁੱਖ ਕਿਸ ਦੀ ਰੀਸ ਕਰਕੇ ਮਾੜੇ ਕਰਮ ਕਰਦਾ ਹੈ? ਇਸ ਪ੍ਰਸ਼ਨ ਦਾ ਉੱਤਰ ਹੈ ਸ਼ੈਤਾਨ ਦੀ। ਅਗਲਾ ਪ੍ਰਸ਼ਨ ਹੈ, ਗਲਤ ਫਹਿਮੀਆਂ ਤੋਂ ਕੀ ਭਾਵ ਹੈ? ਇਸ ਪ੍ਰਸ਼ਨ ਦਾ ਉੱਤਰ ਹੈ ਗਲਤ ਫਹਿਮੀਆਂ ਦਾ ਅਰਥ ਹੈ ਭਰਮ ਭੁਲੇਖੇ। ਅਗਲਾ ਪ੍ਰਸ਼ਨ ਹੈ, ਲੋਕੀ ਮੁਸੀਬਤਾਂ ਕਿਉਂ ਝੱਲਦੇ ਹਨ? ਇਸ ਪ੍ਰਸ਼ਨ ਦਾ ਉੱਤਰ ਹੈ ਗਲਤ ਫਹਿਮੀਆਂ ਦਾ ਸ਼ਿਕਾਰ ਹੋ ਕੇ ਲੋਕੀ ਮੁਸੀਬਤਾਂ ਝੱਲਦੇ ਹਨ। ਅਗਲਾ ਪ੍ਰਸ਼ਨ ਹੈ, ਕੋਝੇ ਨੂੰ ਕਿਸ ਚੀਜ਼ ਦਾ ਭੁਲੇਖਾ ਲੱਗਦਾ ਹੈ?
इस प्रश्न का उत्तर है ਉਹ बहुत सोहना है। अगला प्रश्न है गलत फहमियां कविता अनुसार मूर्ख नूं किस गल दा भुलेखा है। इस प्रश्न का उत्तर है मूर्ख नूं इस गल दा भुलेखा है कि उस नूं दुनिया भर दीआं चलाकियां आउंदियां हन। अगला प्रश्न है एक प्याला पानी कविता अनुसार अकबर बादशाह नूं प्यास लगन ते मंगवाए पानी दे प्याले विचों पानी पीण तो किसने रोकिया। इस प्रश्न का उत्तर है बीरबल ने। अगला प्रश्न है गलत फहमियां कविता अनुसार इंसान एक वधिया अते पूर्ण मनुख कदों बन सकता है। इस प्रश्न का उत्तर है जे इंसान मन विचों हंकार त्याग देवे। ਇਹ ਸੀ 9ਵੀਂ ਜਮਾਤ ਦੇ ਪੰਜਾਬੀ ਵਿਸ਼ੇ ਦੇ ਪਾਠਕ੍ਰਮ ਵਿੱਚ ਸ਼ਾਮਿਲ ਚਰਨ ਸਿੰਘ ਸ਼ਹੀਦ ਦੀਆਂ ਕਵਿਤਾਵਾਂ। ਪਹਿਲੀ ਕਵਿਤਾ ਸੀ ਇੱਕ ਪਿਆਲਾ ਪਾਣੀ, ਜਿਸ ਵਿੱਚ ਕਵੀ ਨੇ ਪਾਣੀ ਦੀ ਮਹਾਨਤਾ ਬਾਰੇ ਦੱਸਿਆ ਹੈ। ਦੂਸਰੀ ਕਵਿਤਾ ਦਾ ਨਾਮ ਹੈ ਗਲਤਫਹਿਮੀਆਂ, ਜਿਸ ਵਿੱਚ ਕਵੀ ਨੇ ਸਾਨੂੰ ਇਹ ਸੰਦੇਸ਼ ਦਿੱਤਾ ਹੈ ਕਿ ਮਨੁੱਖ ਨੂੰ ਆਪਣੀ ਤਾਕਤ, ਬੁੱਧੀ ਅਤੇ ਧਨ ਦੌਲਤ ਦੇ ਹੰਕਾਰ ਦਾ ਤਿਆਗ ਕਰਕੇ ਸਾਰਿਆਂ ਨੂੰ ਬਰਾਬਰ ਸਮਝਣਾ ਚਾਹੀਦਾ ਹੈ। ਫਿਰ ਹੀ ਇਹ ਸੰਸਾਰ ਸਵਰਗ ਬਣ ਸਕਦਾ ਹੈ ਅਤੇ ਹਰ ਇੱਕ ਮਨੁੱਖ ਸੁੱਖ ਮਾਣ ਸਕਦਾ ਹੈ। ਧੰਨਵਾਦ।